वाहिगुरु जी का खालसा वाहिगुरु जी की फतेह। डियर स्टूडेंट्स, ਅੱਜ ਦਾ ਟੌਪਿਕ ਹੈਗਾ ਕਰੰਟ ਇਲੈਕਟ੍ਰਿਸਿਟੀ। ਠੀਕ ਹੈ, ਸੋ ਕਰੰਟ ਇਲੈਕਟ੍ਰਿਸਿਟੀ ਕੀ ਹੁੰਦਾ ਹੈ? ਆਪਾਂ ਕੋਈ ਦੋ ਵਸਤੂਆਂ ਲਈਆਂ ਨੇ, ਉਹਨਾਂ ਨੂੰ ਕਿਸੇ ਕੰਡਕਟਰ ਦੇ ਨਾਲ ਆਪਾਂ ਜੋੜਿਆ ਹੋਇਆ ਹੈ, ਕਹਿ ਲਓ ਕਿ ਇੱਕ ਵਾਇਰ ਦੇ ਨਾਲ ਜੋੜਿਆ ਹੋਇਆ ਹੈ। ਸੋ ਜਦੋਂ ਇੱਕ ਵਸਤੂ ਤੋਂ ਦੂਜੀ ਵਸਤੂ ਵੱਲ ਕੋਈ ਇਲੈਕਟ੍ਰੋਨਸ ਫਲੋ ਕਰਦੇ ਆ, ਕਿਸੇ ਵੀ ਚਾਰਜਿਤ ਵਸਤੂ ਦੇ ਵਿੱਚ ਜਦੋਂ ਇਲੈਕਟ੍ਰੋਨਸ ਫਲੋ ਕਰਦੇ ਆ, ਉਸ ਫਲੋ ਨੂੰ ਆਪਾਂ ਕੀ ਬੋਲਦੇ ਆ? ਇਲੈਕਟ੍ਰਿਸਿਟੀ। ਸੋ ਕਰੰਟ ਨੂੰ ਆਪਾਂ ਡਿਨੋਟ ਕਰਦੇ ਆ I ਦੇ ਨਾਲ। I = Q/T। ਇਟ ਮੀਨਸ ਕਿ ਕਿਸੇ ਵਸਤੂ ਦੇ ਵਿੱਚੋਂ ਇੱਕ ਟਾਈਮ ਦੇ ਉੱਪਰ ਕਿੰਨਾ ਚਾਰਜ ਲੰਘ ਰਿਹਾ ਹੈ। ਠੀਕ ਹੈ, Q ਨੂੰ ਆਪਾਂ ਕਵਾਂਗੇ C, ਯਾਨੀ ਕਿ ਕੂਲਮ ਦੇ ਵਿੱਚ ਚਾਰਜ ਨੂੰ ਨਾਪਿਆ ਜਾਂਦਾ ਹੈ, ਔਰ ਟਾਈਮ ਦੀ ਮੈਜ਼ਰਮੈਂਟ ਕੀਤੀ ਜਾਂਦੀ ਹੈ ਸੈਕਿੰਡ ਦੇ ਵਿੱਚ। ਸੋ 1 ਐਂਪੀਅਰ ਕੀ ਹੋਏਗਾ? 1 ਕੂਲਮ/1 ਸੈਕਿੰਡ। 1 ਸੈਕਿੰਡ ਦੇ ਵਿੱਚੋਂ ਲੰਘ ਰਹੇ ਚਾਰਜ ਨੂੰ ਆਪਾਂ ਬੋਲਾਂਗੇ 1 ਐਂਪੀਅਰ। ਇਹਦਾ ਛੋਟਾ ਯੂਨਿਟ ਹੁੰਦਾ ਆ 1 ਮਿਲੀ ਐਂਪੀਅਰ। 1 ਮਿਲੀ ਐਂਪੀਅਰ = 10⁻³ ਐਂਪੀਅਰਸ। ਨੈਕਸਟ ਟੌਪਿਕ ਹੈਗਾ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ। ਇਲੈਕਟ੍ਰੋਸਟੈਟਿਕ ਮੀਨਸ, ਸਟੈਟਿਕ ਵਰਡ ਦਾ ਮੀਨ ਹੁੰਦਾ ਆ ਕਿ ਜੋ ਚੀਜ਼ ਜਿਹੜੀ ਆ ਸਥਿਰ ਹੋਵੇ, ਜੋ ਕਿ ਮੂਵ ਨਹੀਂ ਕਰਦੀ ਪਈ। ਪੋਟੈਂਸ਼ੀਅਲ ਮਤਲਬ ਐਨਰਜੀ ਸਟੋਰਡ ਇਨ ਐਨੀਥਿੰਗ। ਕਿਸੇ ਚੀਜ਼ ਦੇ ਵਿੱਚ ਜਿਹੜੀ ਸਮਾਈ ਹੋਈ ਐਨਰਜੀ ਆ, ਉਹਨੂੰ ਬੋਲਦੇ ਆ ਪੋਟੈਂਸ਼ੀਅਲ। ਸੋ ਇਨ ਇਲੈਕਟ੍ਰਿਸਿਟੀ ਆਪਾਂ ਦੇਖਾਂਗੇ ਕਿ ਇਲੈਕਟ੍ਰਿਕ ਪੋਟੈਂਸ਼ੀਅਲ ਕੀ ਹੁੰਦਾ ਹੈ। ਇਨ ਸਿੰਪਲ ਵਰਡਸ ਦੇਖੋ, ਸਭ ਤੋਂ ਪਹਿਲਾਂ ਇੱਕ ਅਜ਼ਿਊਮ ਕਰਦੇ ਕਿ ਸਾਡੇ ਕੋਲ ਦੋ ਬੀਕਰ ਆ, ਉਹਨਾਂ ਦੇ ਵਿੱਚ ਜਿਹੜਾ ਇਕੁਅਲ ਮਾਤਰਾ ਦੇ ਵਿੱਚ ਆਪਾਂ ਪਾਣੀ ਲਿਆ ਹੋਇਆ ਹੈ। ਅਗਰ ਦੋਨੋਂ ਇੱਕੋ ਤਾਲ ਦੇ ਉੱਪਰ ਨੇ, ਇੱਕੋ ਸਰਫੇਸ ਦੇ ਉੱਪਰ ਨੇ, ਤੇ ਆਪਾਂ ਅਗਰ ਇਹਨਾਂ ਦੇ ਵਿੱਚ ਚਾਹੀਏ ਕਿ ਇਹਦੇ ਵਿੱਚੋਂ ਵਾਟਰ ਇੱਕ ਦੂਜੇ ਦੇ ਵਿੱਚ ਫਲੋ ਹੋ ਜਾਏ, ਤਾਂ ਉਹ ਨਹੀਂ ਹੋਏਗਾ। ਅਗਰ ਮੈਂ ਇਹਨਾਂ ਦੇ ਵਿੱਚੋਂ ਵਾਟਰ ਫਲੋ ਕਰਾਉਣਾ ਹੈ, ਤਾਂ ਮੈਨੂੰ ਕੀ ਕਰਨਾ ਪਏਗਾ? ਮੈਨੂੰ ਉਹਨਾਂ ਦੀ ਹਾਈਟ ਚੇਂਜ ਕਰਨੀ ਪਏਗੀ। ਅਗਰ ਮੈਂ ਇੱਕ ਦੀ ਹਾਈਟ ਚੇਂਜ ਕਰ ਦਿੰਦੀ ਹਾਂ, ਤਾਂ ਹੁਣ ਮੈਂ ਜਿਹੜਾ ਵਾਟਰ ਉਹ ਫਲੋ ਕਰਵਾ ਸਕਦੀ ਹਾਂ। ਸੋ ਡਿਫਰੈਂਸ ਕੀ ਆਇਆ? ਹਾਈਟ ਦਾ ਡਿਫਰੈਂਸ ਆ ਗਿਆ। ਜਦੋਂ ਥੋੜ੍ਹਾ ਜਿਹਾ ਵੀ ਡਿਫਰੈਂਸ ਦੂਜੀ ਬੋਡੀ ਦੇ ਵਿੱਚ ਆ ਗਿਆ, ਉਸੇ ਟਾਈਮ ਹੀ ਜਿਹੜਾ ਆ ਵਾਟਰ ਨੇ ਫਲੋ ਕਰਨਾ ਸ਼ੁਰੂ ਕਰ ਦਿੱਤਾ। ਸੇਮ ਥਿੰਗ ਇਨ ਇਲੈਕਟ੍ਰਿਸਿਟੀ। ਜਦੋਂ ਕੋਈ ਦੋ ਵਸਤੂਆਂ ਦਾ ਪੋਟੈਂਸ਼ੀਅਲ ਜਿਹੜਾ ਹੈ ਉਹ ਡਿਫਰੈਂਟ ਹੁੰਦਾ ਹੈ, ਇੱਕ ਵਸਤੂ ਦਾ ਮੰਨ ਲਓ ਪੋਟੈਂਸ਼ੀਅਲ ਕੁਝ ਹੈਗਾ ਹੈ, ਦੂਜੀ ਦਾ ਵਸਤੂ ਥੋੜ੍ਹਾ ਘੱਟ ਹੈਗਾ ਹੈ, ਤਾਂ ਉਦੋਂ ਹੀ ਜਿਹੜਾ ਇਲੈਕਟ੍ਰੋਨ ਫਲੋ ਕਰਨਗੇ ਜਦੋਂ ਤੱਕ ਉਹਨਾਂ ਦਾ ਜਿਹੜਾ ਪੋਟੈਂਸ਼ੀਅਲ ਉਹ ਬਰਾਬਰ ਨਹੀਂ ਹੋ ਜਾਂਦਾ। ਓਕੇ, ਇਹਨੂੰ ਆਪਾਂ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਵੀ ਕਹਿੰਦੇ ਹਾਂ। ਸੋ ਦੇਖੋ, ਕੋਈ ਦੋ ਵਸਤੂਆਂ ਨੇ, ਹੈ ਨਾ, A ਔਰ B। ਅਗਰ A ਦਾ ਪੋਟੈਂਸ਼ੀਅਲ ਜ਼ਿਆਦਾ ਹੈ ਔਰ B ਦਾ ਘੱਟ ਹੈ, ਤਾਂ ਪੋਟੈਂਸ਼ੀਅਲ ਕਿੱਧਰ ਨੂੰ ਮੂਵ ਇਲੈਕਟ੍ਰੋਨਸ ਕਿੱਧਰ ਨੂੰ ਮੂਵ ਕਰਨਗੇ? A ਤੋਂ B ਵੱਲ। ਹਮੇਸ਼ਾ ਹੀ ਵੱਧ ਪੋਟੈਂਸ਼ੀਅਲ ਤੋਂ ਘੱਟ ਪੋਟੈਂਸ਼ੀਅਲ ਵੱਲ ਨੂੰ ਜਿਹੜਾ ਹੈ ਇਲੈਕਟ੍ਰੋਨਸ ਮੂਵ ਕਰਦੇ ਆ। ਓਕੇ, ਪੋਟੈਂਸ਼ੀਅਲ ਡਿਫਰੈਂਸ ਨੂੰ ਆਪਾਂ V ਦੇ ਨਾਲ ਡਿਨੋਟ ਕਰਦੇ ਹਾਂ। V = W/Q। W ਕੀ ਹੁੰਦਾ ਹੈ? ਵਰਕ ਡਨ। Q ਹੁੰਦਾ ਹੈ ਚਾਰਜ। ਜਦੋਂ ਕਿਸੇ ਚਾਰਜ ਨੂੰ ਇੱਕ ਵਸਤੂ ਤੋਂ ਦੂਜੀ ਵਸਤੂ ਤੱਕ ਲਿਜਾਣ ਵਾਸਤੇ ਵਰਕ ਡਨ ਕੀਤਾ ਜਾਂਦਾ ਹੈ, ਕੋਈ ਕੰਮ ਕੀਤਾ ਜਾਂਦਾ ਹੈ, ਤਾਂ ਉਹਨੂੰ ਬੋਲਦੇ ਆ ਪੋਟੈਂਸ਼ੀਅਲ ਡਿਫਰੈਂਸ ਔਰ ਵੋਲਟੇਜ। ਓਕੇ, ਮੰਨ ਲਓ ਕਿ ਇੱਥੇ ਕੋਈ ਪੁਆਇੰਟ ਹੈਗਾ A, ਆਪਾਂ ਇਸ ਚਾਰਜ Q ਨੂੰ B ਪੁਆਇੰਟ ਤੱਕ ਲੈ ਕੇ ਜਾਣਾ ਹੈ, ਤਾਂ ਉਸ 'ਤੇ ਮੈਨੂੰ ਜਿੰਨਾ ਵਰਕ ਕਰਨਾ ਪਏਗਾ ਨਾ, ਉਹਨੂੰ ਬੋਲਦੇ ਨੇ ਪੋਟੈਂਸ਼ੀਅਲ ਡਿਫਰੈਂਸ। ਓਕੇ, ਵਰਕ ਡਨ ਦਾ ਜਿਹੜੇ ਯੂਨਿਟਸ ਹੁੰਦੇ ਨੇ ਉਹ ਹੁੰਦੇ ਨੇ ਜੂਲ, ਔਰ ਚਾਰਜ ਦੇ ਆਪਾਂ ਨੂੰ ਪਤਾ ਕੂਲਮ ਹੁੰਦੇ ਨੇ। ਸੋ 1 ਵੋਲਟ ਕਿੰਨਾ ਬਣ ਗਿਆ? 1 ਵੋਲਟ = W/C। ਅਗਰ ਮੇਰੇ ਕੋਲ ਚਾਰਜ ਜੋ ਫਲੋ ਕਰਦਾ ਪਿਆ ਹੈ ਉਹ 1 ਕੂਲਮ ਹੋਵੇ, ਤਾਂ ਉਸ ਟਾਈਮ 'ਤੇ V = W ਹੋ ਜਾਏਗਾ। ਓਕੇ, ਸੋ ਯੂਨਿਟ ਕੀ ਬਣ ਗਿਆ? 1 ਵੋਲਟ = 1 ਜੂਲ/1 ਕੂਲਮ। ਨੈਕਸਟ ਟੌਪਿਕ ਹੈਗਾ ਆਪਣਾ ਕੰਡਕਟਰ ਐਂਡ ਇੰਸੂਲੇਟਰਸ। ਸੋ ਕੰਡਕਟਰਸ ਉਹ ਹੁੰਦੇ ਨੇ, ਕੰਡਕਟਰਸ ਕਹਿ ਲਓ ਕਿ ਉਹ ਵਾਲੀਆਂ ਵਸਤੂਆਂ ਜਿਨ੍ਹਾਂ ਦੇ ਵਿੱਚੋਂ ਕਰੰਟ ਜਿਹੜਾ ਹੈ ਉਹ ਫਲੋ ਕਰ ਸਕਦਾ, ਉਹਨਾਂ ਨੂੰ ਆਪਾਂ ਕੰਡਕਟਰ ਬੋਲਦੇ ਹਾਂ। ਜਿਵੇਂ ਹੋ ਗਿਆ ਕਾਪਰ, ਐਲੂਮੀਨੀਅਮ ਐਂਡ ਸਿਲਵਰ। ਐਂਡ ਇੰਸੂਲੇਟਰਸ ਉਹ ਹੁੰਦੇ ਨੇ ਇਲੈਕਟ੍ਰਿਸਿਟੀ ਦੇ, ਜਿਨ੍ਹਾਂ ਦੇ ਵਿੱਚੋਂ ਕਰੰਟ ਪਾਸ ਨਹੀਂ ਕਰ ਸਕਦਾ, ਜਿਵੇਂ ਪਲਾਸਟਿਕ ਜਾਂ ਰਬੜ। ਠੀਕ ਹੈ ਰਾਜੇ। ਉਸ ਤੋਂ ਨੈਕਸਟ ਆਪਾਂ ਕੋਲ ਹੈਗਾ ਆ ਇਲੈਕਟ੍ਰਿਕ ਸਰਕਿਟ। ਇਲੈਕਟ੍ਰਿਕ ਸਰਕਿਟ ਕੀ ਹੁੰਦਾ? ਇੱਕ ਰਸਤਾ ਆ ਜਿਹਦੇ ਥਰੂ ਜਿਹੜੇ ਇਲੈਕਟ੍ਰੋਨਸ ਆ ਉਹ ਮੂਵ ਕਰ ਸਕਦੇ ਆ। ਓਕੇ, ਸੋ ਇਲੈਕਟ੍ਰਿਕ ਸਰਕਿਟ ਜੋ ਹੈ, ਜਿਵੇਂ ਕਿ ਮੰਨ ਲਓ ਆਪਾਂ ਸਾਡੇ ਕੋਲ ਇੱਕ ਬੈਟਰੀ ਹੈ। ਠੀਕ ਹੈ, ਮੰਨ ਲਓ ਇੱਕ ਬੈਟਰੀ ਹੈ, ਇਹਦੇ ਦੋ ਟਰਮੀਨਲਸ ਹੁੰਦੇ ਨੇ, ਉੱਪਰ ਵਾਲਾ ਜਿਹੜਾ ਪੋਜ਼ੀਟਿਵ ਟਰਮੀਨਲ, ਨੀਚੇ ਨੂੰ ਆਪਾਂ ਨੈਗੇਟਿਵ ਟਰਮੀਨਲ ਕਹਿੰਦੇ ਹਾਂ। ਓਕੇ, ਸੋ ਜਦੋਂ ਵੀ ਕੋਈ ਇਹਨੂੰ ਆਪਾਂ ਕਹਿ ਲਓ ਕਿ ਕਿਸੇ ਵਸਤੂ ਦੇ ਨਾਲ ਆਪਾਂ ਕਿਸੇ ਬੈਟਰੀ ਨੂੰ ਲਗਾ ਦਿੰਦੇ ਹਾਂ। ਫੋਰ ਐਗਜ਼ਾਮਪਲ, ਮੈਂ ਇੱਥੇ ਇੱਕ ਜਿਹੜਾ ਆ ਉਹ ਬਲਬ ਜਿਹੜਾ ਹੈ ਅਟੈਚ ਕਰਤਾ ਹੋਇਆ ਵਾਇਰ ਦੇ ਨਾਲ, ਬੈਟਰੀ ਦੇ ਨਾਲ। ਠੀਕ ਹੈ, ਸੋ ਕੀ ਹੋਏਗਾ ਕਿ ਜਿਹੜੇ ਚਾਰਜਸ ਆ ਉਹ ਮੂਵ ਕਰਨਾ ਸ਼ੁਰੂ ਕਰ ਦਿੰਦੇ ਆ, ਅਤੇ ਜਿਹੜਾ ਬਲਬ ਆ ਉਹ ਗਲੋ ਕਰਨ ਲੱਗ ਜਾਂਦਾ ਹੈ। ਠੀਕ ਹੈ, ਸੋ ਇਹ ਜਿਹੜੀ ਵਾਇਰ ਦੇ ਨਾਲ ਜੋ ਆਪਾਂ ਸ਼ੋ ਕਰਦੇ ਪਏ, ਇਹਨੂੰ ਬੋਲਦੇ ਇਲੈਕਟ੍ਰਿਕ
ਸਰਕਿਟ। ਇਲੈਕਟ੍ਰਿਕ ਸਰਕਿਟ ਦੇ ਵਿੱਚ ਅਲੱਗ-ਅਲੱਗ ਜਿਹੜੇ ਆ ਪਾਰਟ ਹੋ ਸਕਦੇ ਨੇ। ਉਹ ਪਾਰਟ ਕਿਹੜੇ-ਕਿਹੜੇ ਹੋਣਗੇ? ਸੋ ਸਭ ਤੋਂ ਪਹਿਲਾਂ ਹੁੰਦਾ ਰਾਜੇ ਇਲੈਕਟ੍ਰਿਕ ਸੈੱਲ। ਠੀਕ ਹੈ, ਸੈੱਲ ਨੂੰ ਆਪਾਂ ਇਵੇਂ ਜਿਹੜਾ ਡਿਨੋਟ ਕਰਦੇ ਹਾਂ। ਇੱਕ ਬੰਨੇ ਪੋਜ਼ਿਟਿਵ ਜਿਹੜੀ ਵੱਡੀ ਲਾਈਨ ਹੁੰਦੀ ਹੈ ਉਹ ਪੋਜ਼ਿਟਿਵ ਹੁੰਦੀ ਹੈ, ਛੋਟਾ ਜਿਹੜਾ ਨੈਗੇਟਿਵ ਟਰਮੀਨਲ। ਠੀਕ ਹੈ, ਇਹ ਹੋ ਗਿਆ ਇੱਕ ਸੈੱਲ। ਹੁਣ ਅਗਰ ਮੈਂ ਸੈੱਲਸ ਨੂੰ ਕੰਟੀਨਿਊਟੀ ਦੇ ਵਿੱਚ ਲਗਾ ਦੇਵਾਂ, ਫੋਰ ਐਗਜ਼ਾਮਪਲ ਇਹ ਪਹਿਲਾ ਸੈੱਲ ਹੈ, ਇਹ ਦੂਜਾ ਸੈੱਲ ਆ, ਤੀਜਾ ਸੈੱਲ ਆ। ਜਦੋਂ ਸੈੱਲਸ ਨੂੰ ਕੰਬਾਈਨ ਕਰ ਦਈਦਾ ਹੈ ਤਾਂ ਬੈਟਰੀ ਬਣ ਜਾਂਦੀ ਹੈ। ਓਕੇ, ਨੈਕਸਟ ਹੁੰਦਾ ਹੈ ਪਲੱਗ, ਜਾਂ ਜਿਸ ਨੂੰ ਆਪਾਂ ਕੀ ਵੀ ਬੋਲਦੇ ਹਾਂ। ਠੀਕ ਹੈ, ਇਹ ਕੀ ਦਾ ਨਿਸ਼ਾਨ ਹੁੰਦਾ ਹੈ। ਅਗਰ ਤਾਂ ਜਿਹੜਾ ਕੀ ਆ ਉਹ ਓਪਨ ਹੋਵੇ, ਠੀਕ ਹੈ, ਉਸ ਟਾਈਮ ਤੇ ਸਰਕਿਟ ਦੇ ਵਿੱਚੋਂ ਕੋਈ ਕਰੰਟ ਪਾਸ ਨਹੀਂ ਕਰਦਾ, ਉਹਨੂੰ ਆਪਾਂ ਐਵੇਂ ਡਿਨੋਟ ਕਰਦੇ ਹਾਂ। ਅਗਰ ਕੀ ਕਲੋਜ਼ਡ ਹੋਵੇ ਉਹਨੂੰ ਇਸ ਤਰ੍ਹਾਂ, ਜਾਂ ਫਿਰ ਆਪਾਂ ਐਵੇਂ ਸ਼ੋ ਕਰ ਸਕਦੇ ਹਾਂ। ਠੀਕ ਹੈ, ਜਦੋਂ ਵੀ ਕੀ ਕਲੋਜ਼ ਹੋ ਜਾਂਦੀ ਹੈ ਉਸੇ ਟਾਈਮ ਸਰਕਿਟ ਦੇ ਵਿੱਚੋਂ ਕਰੰਟ ਪਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਜਦੋਂ ਵੀ ਆਪਾਂ ਸਰਕਿਟ ਦੇ ਵਿੱਚ ਬਲਬ ਨੂੰ ਸ਼ੋ ਕਰਨਾ ਹੁੰਦਾ ਨਾ ਤਾਂ ਆਪਾਂ ਉੱਥੇ ਬਲਬ ਨਹੀਂ ਲਿਖਦੇ, ਆਪਾਂ ਉੱਥੇ ਇਹ ਵਾਲਾ ਸਾਈਨ ਬਣਾ ਦਿੰਦੇ ਹਾਂ ਅਤੇ ਦੇਖਣ ਵਾਲਿਆਂ ਨੂੰ ਉਸ ਵੇਲੇ ਪਤਾ ਲੱਗ ਜਾਂਦਾ ਹੈ ਕਿ ਬਲਬ ਜਿਹੜਾ ਹੈ ਇੱਥੇ ਅਟੈਚ ਕੀਤਾ ਹੋਇਆ। ਨੈਕਸਟ ਹੈਗਾ ਜੀ ਪ੍ਰਤੀਰੋਧ। ਠੀਕ ਹੈ, ਜਿਹਨੂੰ ਆਪਾਂ ਰੈਜ਼ਿਸਟੈਂਸ ਵੀ ਬੋਲਦੇ ਹਾਂ, ਰੈਜ਼ਿਸਟੈਂਸ। ਓਕੇ, ਰੈਜ਼ਿਸਟੈਂਸ ਦਾ ਵੈਸੇ ਇਹ ਵਾਲਾ ਸਾਈਨ ਹੁੰਦਾ ਹੈ। ਅਗਰ ਮੈਂ ਕਹਾਂ ਕਿ ਮੂਵੇਬਲ ਰੈਜ਼ਿਸਟੈਂਸ, ਮਤਲਬ ਜਿਹਦੇ ਵਿੱਚ ਜਿਹੜੀਆਂ ਚੇਂਜਿਸ ਹੋ ਸਕਦੀਆਂ, ਫਿਰ ਮੈਂ ਉਹਦੇ ਉੱਪਰ ਇੱਕ ਐਰੋ ਪਾ ਦਾਂਗੀ ਰੈਜ਼ਿਸਟੈਂਸ ਦੇ ਉੱਪਰ। ਇਹਦਾ ਮਤਲਬ ਕੀ ਹੋਏਗਾ ਕਿ ਮੈਂ ਰੈਜ਼ਿਸਟੈਂਸ ਜਿਹੜੀ ਆ ਉਹ ਚੇਂਜ ਕਰ ਸਕਦੀ ਹਾਂ। ਠੀਕ ਹੈ, ਇਹਨੂੰ ਰਿਓਸਟੈਟ ਵੀ ਬੋਲਦੇ ਆ, ਜਿਵੇਂ ਕਿ ਤੁਸੀਂ ਪਿਕਚਰਸ ਵਿੱਚ ਦੇਖ ਸਕਦੇ ਹੋ ਰਿਓਸਟੈਟ ਦੀ ਪਿਕਚਰ। ਉਸ ਤੋਂ ਅੱਗੇ ਹੈਗਾ ਜੀ ਵੋਲਟੇਜ ਨੂੰ ਜਿਹੜਾ ਮੈਜ਼ਰ ਕਰਨ ਵਾਸਤੇ ਆਪਾਂ ਵੋਲਟਮੀਟਰ ਯੂਜ਼ ਕਰਦੇ ਹਾਂ। ਕਰੰਟ ਨੂੰ ਮੈਜ਼ਰ ਕਰਨ ਵਾਸਤੇ ਐਮਮੀਟਰ। ਐਂਡ ਨੈਕਸਟ ਹੈਗਾ ਗਲਵੈਨੋਮੀਟਰ। ਗਲਵੈਨੋਮੀਟਰ ਆਪਾਂ ਯੂਜ਼ ਕਰਦੇ ਹਾਂ ਜਦੋਂ ਕਿਸੇ ਕੋਇਲ ਦੇ ਵਿੱਚੋਂ ਕੋਇਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਤਾਂ ਆਪਾਂ ਨੂੰ ਪਤਾ ਹੈ ਕਿ ਉਸ ਦੇ ਵਿੱਚ ਕੁਛ ਨਾ ਕੁਛ ਜਿਹੜਾ ਕਰੰਟ ਜਿਹੜਾ ਆ ਉਹ ਮੂਵ ਕਰਨਾ ਸ਼ੁਰੂ ਹੋ ਜਾਂਦਾ ਹੈ। ਉਸ ਕਰੰਟ ਦੀ ਜਿਹੜੀ ਆ ਦੇਖਣ ਵਾਸਤੇ ਕਿ ਕਿੰਨਾ ਕਰੰਟ, ਥੋੜਾ ਹੀ ਕਰੰਟ ਹੁੰਦਾ ਹੈ, ਉਸ ਕਰੰਟ ਨੂੰ ਮੈਜ਼ਰ ਕਰਨ ਵਾਸਤੇ ਜਿਹੜਾ ਆਪਾਂ ਗਲਵੈਨੋਮੀਟਰ ਜਸਟ ਇੱਕ ਡਿਫਲੈਕਸ਼ਨ ਸ਼ੋ ਕਰਦਾ ਹੈ ਕਿ ਕਰੰਟ ਜਿਹੜਾ ਪਾਸ ਹੁੰਦਾ ਪਿਆ ਹੈ। ਅਗਰ ਕਰੰਟ ਪਾਸ ਹੁੰਦਾ ਹੈ ਤਾਂ ਉਸ ਟਾਈਮ ਤੇ ਡਿਫਲੈਕਸ਼ਨ ਜਿਹੜੀ ਆ ਗਲਵੈਨੋਮੀਟਰ ਦੀ ਜਿਹੜੀ ਨੀਡਲ ਆ ਉਹ ਡਿਫਲੈਕਸ਼ਨ ਸ਼ੋ ਕਰੇਗੀ। ਓਕੇ, ਨੈਕਸਟ ਟੌਪਿਕ ਹੈਗਾ ਹੈ ਓਮਸ ਲਾਅ। ਠੀਕ ਹੈ, ਜਿਹਨੂੰ ਓਮ ਦਾ ਨਿਯਮ ਵੀ ਕਿਹਾ ਜਾਂਦਾ ਹੈ। ਓਮ ਦਾ ਨਿਯਮ ਕੀ ਹੈਗਾ ਆ? ਆਪਾਂ ਕੋਲ ਤਿੰਨ ਚੀਜ਼ਾਂ ਦੇ ਵਿੱਚ ਰਿਲੇਸ਼ਨ ਆ। ਉਹ ਤਿੰਨ ਚੀਜ਼ਾਂ ਕਿਹੜੀਆਂ ਨੇ? ਵੋਲਟੇਜ, ਕਰੰਟ ਤੇ ਰੈਜ਼ਿਸਟੈਂਸ। ਇਹ ਤਿੰਨ ਚੀਜ਼ਾਂ ਦਾ ਜਿਹੜਾ ਰਿਲੇਸ਼ਨ ਆ ਉਹਨੂੰ ਓਮ ਲਾਅ ਕਹਿੰਦੇ ਆ। ਸੋ ਓਮ ਲਾਅ ਕਹਿੰਦਾ ਕੀ ਹੈ? ਓਮ ਲਾਅ ਹੈਗਾ ਆ ਕਿ ਕਰੰਟ ਪਾਸਿੰਗ ਥਰੂ ਦਾ ਕੰਡਕਟਰ ਬਿਟਵੀਨ 2 ਪੁਆਇੰਟਸ, ਸੇ 2 ਪੁਆਇੰਟ ਮੇਰੇ ਕੋਲ A ਤੇ B, ਇਹਨਾਂ ਦੇ ਵਿੱਚ ਇੱਕ ਕੰਡਕਟਰ ਲੱਗਾ ਹੋਇਆ ਹੈ। ਕੰਡਕਟਰ ਮਤਲਬ ਕਹਿ ਲਓ ਕਿ ਕੋਈ ਵਾਇਰ ਆ। ਠੀਕ ਹੈ, ਸੋ ਕਰੰਟ ਥਰੂ ਕੰਡਕਟਰ ਬਿਟਵੀਨ 2 ਪੁਆਇੰਟਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਵੋਲਟੇਜ ਅਕਰੋਸ ਦਾ ਪੁਆਇੰਟ। ਇਹ ਦੋ ਮੰਨ ਲਓ ਮੇਰੇ ਕੋਲ ਪੁਆਇੰਟਸ ਨੇ, ਇਹਨਾਂ ਦੇ ਵਿੱਚ ਇੱਕ ਜਿਹੜੀ ਵੋਲਟੇਜ ਆ ਉਹ V ਹੈਗੀ ਆ। ਠੀਕ ਹੈ, ਸੋ ਕਹਿੰਦੇ ਕਿ ਜਿਹੜੀ ਇਹਨਾਂ ਦੇ ਵਿੱਚ ਵੋਲਟੇਜ ਹੈ ਨਾ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਆ ਕਰੰਟ ਪਾਸਿੰਗ ਥਰੂ ਦਾ ਕੰਡਕਟਰ। ਸੋ ਸਿੰਪਲੀ ਕਹਿਣ ਦਾ ਮਤਲਬ ਕੀ ਹੈ ਕਿ ਜਿੰਨੀ ਮੈਂ ਅਗਰ ਇਹਦੇ ਵਿੱਚ ਵੋਲਟੇਜ ਵਧਾਈ ਜਾਵਾਂਗੀ ਨਾ A ਔਰ B ਦੇ ਵਿੱਚ, ਉਨਾ ਹੀ ਕਰੰਟ ਜ਼ਿਆਦਾ ਵਧੀ ਜਾਏਗਾ। ਡਾਇਰੈਕਟਲੀ ਪ੍ਰੋਪੋਰਸ਼ਨ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਅਗਰ ਇੱਕ ਚੀਜ਼ ਵੱਧਦੀ ਹੈ ਤਾਂ ਦੂਜੀ ਉਹਦੇ ਨਾਲ ਵੱਧਦੀ ਹੈ। ਠੀਕ ਹੈ, ਸੋ ਜਿਉਂ ਮੈਂ ਵੋਲਟੇਜ ਵਧਾਉਣੀ ਹੈ ਤਿਵੇਂ ਜਿਹੜਾ ਕਰੰਟ ਆ ਉਹ ਵਾਇਰ ਦੇ ਵਿੱਚੋਂ ਵੱਧਦਾ ਜਾਂਦਾ ਹੈ। ਸੋ ਆਪਾਂ ਇਹਨੂੰ ਲਿਖਾਂਗੇ ਕਿਵੇਂ? V is directly proportional to I। ਸੋ ਓਮ ਲਾਅ ਦੀ ਕੰਡੀਸ਼ਨ ਕੀ ਆ ਕਿ ਜਿਹੜਾ ਟੈਂਪਰੇਚਰ ਔਰ ਪ੍ਰੈਸ਼ਰ ਹੈ ਨਾ ਉਹ ਚੇਂਜ ਨਹੀਂ ਹੋਣੇ ਚਾਹੀਦੇ। ਜਦੋਂ ਵੀ ਤੁਸੀਂ ਇਹ ਵਾਲਾ ਐਕਸਪੈਰੀਮੈਂਟ ਕਰਦੇ ਹੋ ਉਸ ਟਾਈਮ ਤੇ ਟੈਂਪਰੇਚਰ ਔਰ ਪ੍ਰੈਸ਼ਰ ਜਿਹੜੇ ਆ ਉਹ ਇੱਕ ਫਿਕਸ ਹੋਣੇ ਚਾਹੀਦੇ ਆ, ਕੌਨਸਟੈਂਟ ਹੋਣੇ ਚਾਹੀਦੇ ਆ। ਅਗਰ ਟੈਂਪਰੇਚਰ ਔਰ ਪ੍ਰੈਸ਼ਰ ਚੇਂਜ ਕਰਦੇ ਆ ਤਾਂ ਓਮ ਲਾਅ ਜਿਹੜਾ ਹੈ ਉਹ ਹੋਲਡ ਨਹੀਂ ਕਰੇਗਾ। ਓਕੇ, V is directly proportional to I। ਸੋ ਇਹ ਵਾਲਾ ਸਾਈਨ ਹਟਾਉਣ ਲਈ, ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਉਣ ਵਾਸਤੇ ਮੈਨੂੰ ਕੀ ਆ, ਇੱਕ ਤਾਂ ਇੱਥੇ ਸਥਿਰ ਅੰਕ ਲਗਾਉਣਾ ਪਏਗਾ, ਇਹਨੂੰ ਹਟਾ ਕੇ ਇੱਕ ਇਕੁਅਲ ਦਾ ਸਾਈਨ ਲਗਾਉਣਾ ਪਏਗਾ। ਸੋ ਮੈਂ ਇੱਕ ਸਥਿਰ ਅੰਕ ਕੀ ਯੂਜ਼ ਕਰਦੀ ਪਈ ਹਾਂ? R। ਠੀਕ ਹੈ, R ਨੂੰ ਬੋਲਦੇ ਆ ਰੈਜ਼ਿਸਟੈਂਸ। ਠੀਕ ਹੈ, ਰੈਜ਼ਿਸਟੈਂਸ ਨੂੰ ਕੀ ਬੋਲਦੇ ਨੇ? ਪ੍ਰਤੀਰੋਧ। ਸੋ ਅਗਰ ਮੈਂ ਇੱਥੋਂ R ਦੀ ਵੈਲਿਊ ਕੱਢਣੀ ਹੋਏ ਤਾਂ ਕੀ ਆਏਗੀ? V/I। ਠੀਕ ਹੈ, ਜਦੋਂ ਵੀ ਤੁਹਾਨੂੰ ਕੋਈ ਪੁੱਛੇ ਕਿ ਪ੍ਰਤੀਰੋਧ ਕੀ ਹੁੰਦਾ ਹੈ, ਸੋ ਆਪਾਂ ਕਹਾਂਗੇ ਕਿ ਵੋਲਟੇਜ ਪਾਸਿੰਗ ਥਰੂ ਵੋਲਟੇਜ ਬਿਟਵੀਨ 2 ਪੁਆਇੰਟਸ A and B ਐਂਡ ਕਰੰਟ ਫਲੋਇੰਗ ਥਰੂ ਦਾ ਕੰਡਕਟਰ। ਸੋ ਜਦੋਂ ਵੀ ਤੁਸੀਂ ਰੈਜ਼ਿਸਟੈਂਸ ਮੈਜ਼ਰ ਕਰਨੀ ਆ ਉਹਦੇ ਹਮੇਸ਼ਾ ਯੂਨਿਟਸ ਕੀ ਹੁੰਦੇ ਆ? ਓਮ। ਓਮ ਦਾ ਸਾਈਨ ਹੁੰਦਾ ਇਹ ਵਾਲਾ। ਠੀਕ ਹੈ, ਇਹ ਕਿੰਨੀ ਵੀ ਓਮ ਹੋ ਸਕਦੀ ਆ, 10 ਓਮ ਹੋ ਸਕਦੀ ਆ, 1000 ਓਮ ਹੋ ਸਕਦੀ ਆ। ਠੀਕ ਹੈ, ਇਹ ਅਲੱਗ-ਅਲੱਗ ਜਿਹੜੀਆਂ ਹੁੰਦੀਆਂ ਨੇ। ਅਗਰ ਤੁਸੀਂ ਰੈਜ਼ਿਸਟੈਂਸ ਚੇਂਜ ਕਰਨੀ ਹੈ ਤਾਂ ਆਪਾਂ ਹੁਣੇ ਪੜ੍ਹ ਕੇ ਹਟੇ ਕਿ ਆਪਾਂ ਕੀ ਕਰਾਂਗੇ? ਰਿਓਸਟੈਟ ਉਹਦੇ ਵਾਸਤੇ ਯੂਜ਼ ਕੀਤੇ ਜਾਂਦੇ। ਉਸ ਤੋਂ ਨੈਕਸਟ ਦੇਖੋ ਰਾਜੇ, ਆਪਾਂ ਇਹਨਾਂ ਦਾ ਅਗਰ ਗ੍ਰਾਫ ਦੇਖੀਏ ਵੋਲਟੇਜ ਦੇ ਵਿੱਚ ਔਰ ਕਰੰਟ ਦੇ ਵਿੱਚ, ਤਾਂ ਗ੍ਰਾਫ ਕੀ ਹੁੰਦਾ? ਇੱਕ ਸਟ੍ਰੇਟ ਲਾਈਨ ਹੁੰਦੀ ਹੈ।
ਕਿਉਂਕਿ ਜਦੋਂ ਵੀ ਕੋਈ ਦੋ ਚੀਜ਼ਾਂ ਆਪਸ ਵਿੱਚ ਡਾਇਰੈਕਟਲੀ ਪ੍ਰੋਪੋਰਸ਼ਨਲ ਦੇ ਵਿੱਚ ਹੋਣ, ਇੱਕ ਦੇ ਨਾਲ ਦੂਜੀ ਵੱਧਦੀ ਹੋਵੇ, ਤਾਂ ਹਮੇਸ਼ਾ ਹੀ ਇਵੇਂ ਦਾ ਹੀ ਗ੍ਰਾਫ ਆਉਂਦਾ ਹੈ। ਠੀਕ ਹੈ, ਅਗਰ 1 ਵੋਲਟ ਲਓਗੇ, ਠੀਕ ਹੈ, ਤਾਂ 1 ਐਂਪੀਅਰ, ਸਪੋਜ਼ 1 ਵੋਲਟ ਤੇ 1 ਐਂਪੀਅਰ ਕਰੰਟ ਆਉਂਦਾ ਪਿਆ, 2 ਵੋਲਟ ਤੇ 2 ਐਂਪੀਅਰ, ਕਹਿ ਲਓ ਕਿ ਜਿਵੇਂ ਜਿਵੇਂ ਇਹ ਵੱਧਦਾ ਹੈ ਤਿਵੇਂ ਤਿਵੇਂ ਜਿਹੜੇ ਕਰੰਟ ਦੀ ਵੈਲਿਊ ਉਹ ਵਧੀ ਜਾਂਦੀ ਹੈ। ਸੋ ਇਸ ਤਰੀਕੇ ਨਾਲ ਕਿਹੋ ਜਿਹਾ ਗ੍ਰਾਫ ਆ ਜਾਏਗਾ, ਇੱਕ ਸਟ੍ਰੇਟ ਲਾਈਨ। ਓਕੇ।